मैं तो पंजाबी च कहना, मैं तो आपकी भुल बख्शाउण आया। ਜੇ ਸੰਧੂ ਸਾਹਿਬ ਸੱਤਾ ਦੇ ਵਿੱਚ ਆਉਂਦੇ ਫਿਰ ਵੀ ਆਉਂਦੇ। ਜਿਹੜਾ ਬੁੱਢਾ ਦਰਿਆ ਸੀ ਉਹਨੂੰ ਨਾਲਾ ਬਣਾ ਦਿੱਤਾ, ਤੁਹਾਡੀ ਸਰਕਾਰ ਵੀ ਰਹਿ ਗਈ 25 ਸਾਲ ਦੇ ਕਰੀਬ ਦਾ ਪੈ ਰਿਹਾ, ਉਹਦੇ ਖਿਲਾਫ ਕਿਉਂ ਨਹੀਂ ਆਵਾਜ਼ ਉੱਠੀ? ਕੈਪਟਨ ਸਰਕਾਰ ਦੇ ਵਿੱਚ ਵੀ ਇਹ ਚੀਜ਼ ਆਈ ਸੀ, ਉਦੋਂ ਉਹ ਵਿਰੋਧ ਕਰ ਰਹੇ ਸੀ। ਕੀ ਚੱਕਰ ਹੈ, ਕੁਰਸੀ 'ਚ ਕੀ ਚੱਕਰ ਹੈ? नहीं साहब, ਤੁਸੀਂ ਪਹਿਲਾਂ ਮੇਰੇ ਤੋਂ ਆਪਦਾ ਮੇਰਾ ਦ੍ਰਿਸ਼ਟੀਕੋਣ ਲੈ ਲਓ ਜੀ ਮੈਂ ਤਾਂ ਪੰਜਾਬੀ 'ਚ ਕਹਿਣਾ, ਮੈਂ ਤਾਂ ਆਪਦੀ ਭੁੱਲ ਬਖਸ਼ਾਉਣ ਆਇਆ। ਜੀ ਕਿਉਂਕਿ ਜਦੋਂ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫੈਸਲਾ ਲਿੱਤਾ ਸੀ ਤਾਂ ਮੈਂ ਉਸ ਸਰਕਾਰ ਦਾ ਬਤੌਰ MLA ਤਾਂ ਨਹੀਂ, ਜੀ। ਵਿਧਾਨ ਸਭਾ ਦਾ ਮੈਂਬਰ ਤਾਂ ਨਹੀਂ, ਪਰ ਇੱਕ ਟੀਮ ਦਾ ਹਿੱਸਾ ਸੀ। OSD ਵੀ ਰਹੇ ਹੋ ਤੁਸੀਂ। ਹਾਂ, ਸਿਆਸੀ ਸਲਾਹਕਾਰ ਜਾਂ ਸਿਆਸੀ ਸਕੱਤਰ ਦੇ ਵਿੱਚ ਜ਼ਿੰਮੇਵਾਰੀਆਂ ਹੋਰ ਸੀ, ਜੀ। ਉਸ ਜ਼ਿੰਮੇਵਾਰੀ ਦਾ ਹਿੱਸਾ ਨਹੀਂ ਸੀ। ਕਿਤੇ ਨਾ ਕਿਤੇ ਮੈਂ ਅਣਜਾਣ ਵੀ ਸੀ ਇਸ ਇਸ਼ੂ ਨੂੰ ਲੈ ਕੇ, ਜਾਂ ਐਡਾ ਵੱਡਾ ਜਿਹੜਾ ਪ੍ਰੋਜੈਕਟ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ। ਜੇ ਕਿਸੇ ਵੀ ਸਰਕਾਰ ਨੇ ਗਲਤੀ ਕੀਤੀ ਹੋਵੇ ਔਰ ਉਦੋਂ ਦੀ ਮੌਜੂਦਾ ਉਸ ਵੇਲੇ ਦੀ ਮੌਜੂਦਾ ਆਪੋਜੀਸ਼ਨ ਨੇ ਲੋਕਾਂ ਅੱਗੇ ਇਹ ਗੱਲ ਕਹੀ ਹੋਵੇ, ਔਰ ਸਪੈਸ਼ਲੀ ਇੱਕ ਇਹੋ ਜਿਹੀ ਪਾਰਟੀ ਨੇ ਜਿਨੇ ਲੋਕਾਂ ਨੂੰ ਇਹ ਮਾਰਗਦਰਸ਼ਨ ਦਿਖਾਇਆ ਇਲੈਕਸ਼ਨਾਂ ਤੋਂ ਪਹਿਲਾਂ ਕਿ ਅਸੀਂ ਇੱਕ ਵੱਖਰੀ ਸੋਚ ਵਾਲੀ ਪਾਰਟੀ ਹਾਂ, ਇੱਕ ਬਦਲਾਵ, ਪੋਜ਼ਿਟਿਵ ਸੋਚ, ਲੋਕਾਂ ਦੇ ਨਾਲ ਜੁੜ ਕੇ, ਲੋਕਾਂ ਦੀ ਸਹਿਮਤੀ ਲੈ ਕੇ, ਲੋਕਾਂ ਦੀ ਸੋਚ ਮੁਤਾਬਕ ਅਸੀਂ ਚੱਲਾਂਗੇ। ਜੇ ਕੋਈ ਇਹੋ ਜਿਹੀ ਪਾਰਟੀ ਇਸ ਥਾਂ 'ਤੇ ਬਤੌਰ ਆਪੋਜੀਸ਼ਨ ਆ ਕੇ ਵਾਅਦਾ ਕਰਦੀ ਹੈ ਕਿ ਅਸੀਂ ਇੱਥੇ ਜਿਹੜਾ ਇਹ ਉਸ ਵੇਲੇ ਦੀ ਸਰਕਾਰ ਨੇ ਫੈਸਲਾ ਲਿੱਤਾ ਇਹਨੂੰ ਉਸ ਨੂੰ ਪਲਟਾਂਗੇ, ਕਿਉਂਕਿ ਰਿਲੀਜੀਅਸਲੀ ਵੀ ਸਾਡੇ ਲਈ ਮੱਤੇਵਾੜਾ ਜੰਗਲ ਦੀ ਇੱਕ ਬਹੁਤ ਵੱਡਾ, ਸਾਡੇ ਧਰਮਾਂ ਵਾਲੇ ਪਾਸਿਓਂ ਵੀ ਬਹੁਤ ਵੱਡਾ ਸਨਮਾਨ ਹੈ। ਇਨਵਾਇਰਮੈਂਟਲ ਵਾਲਾ ਵੀ ਹੈਗਾ, ਆਬੋ ਹਵਾ, ਪਾਣੀ, ਸਭ ਨਾਲ ਹੀ ਇਹ ਇਸ਼ੂ ਜੁੜਿਆ ਹੋਇਆ ਹੈਗਾ। ਇੱਥੇ ਆਉਣ ਦਾ ਜੋ ਮਕਸਦ ਤਾਂ, ਜਿੱਥੇ ਮੈਂ ਆਪਦੀ ਗੱਲ ਦੱਸੀ ਜਾਤੀ ਤੌਰ 'ਤੇ, ਜੀ ਇੱਕ ਤਾਂ ਉਹ ਸੀਗਾ, ਦੂਜਾ ਇਹ ਸੀਗਾ ਕਿ ਇਸ ਸਰਕਾਰ ਨੂੰ ਬੇਨਤੀ ਹੈ ਕਿ ਤੁਹਾਡੇ ਕੋਲੇ ਅੱਜ ਸਭ ਕੁਝ, ਉਹ ਤਾਕਤ, ਉਹ ਜਜ਼ਬਾ, ਉਹ ਵਾਅਦੇ ਜਿਹੜੇ ਤੁਸੀਂ ਕੀਤੇ ਸੀ, ਉਹ ਸਾਰੇ ਅੱਜ ਤੁਹਾਡੇ ਸਾਹਮਣੇ ਹੈ। ਤੁਹਾਨੂੰ ਇਹ ਫੈਸਲਾ ਲੈਣ ਦੇ ਵਿੱਚ ਕੋਈ ਬਾਹਲੀ ਦੇਰ ਨਹੀਂ ਲੱਗਦੀ, ਕਿਉਂਕਿ ਤੁਸੀਂ ਇਤਿਹਾਸਿਕ ਫੈਸਲੇ ਦੀ ਗੱਲ ਕਰਦੇ ਹੋ। ਯਕੀਨਨ ਇਹ ਇੱਕ ਬੜਾ ਵੱਡਾ ਫੈਸਲਾ ਹੋਊਗਾ ਜੇ ਸਰਕਾਰ ਆਪਦੇ ਉਸ ਵਾਅਦੇ 'ਤੇ ਚੱਲਦੀ ਹੈ ਜੋ ਇਹਨਾਂ ਨੇ ਇੱਕ ਆਪੋਜੀਸ਼ਨ ਵਿੱਚ ਰਹਿ ਕੇ ਕਰਾਇਆ ਸੀ। ਅੱਜ ਇਸ ਮੁਹਿੰਮ ਦੀ ਤੁਸੀਂ ਜੇ ਸਹੀ ਪੁੱਛੋ ਤਾਂ ਤੁਸੀਂ ਸਾਹਮਣੇ ਖੜੋ, ਮੇਰੇ ਖਿਆਲ 'ਚ ਪਹਿਲਾ ਇਹੋ ਜਿਹਾ ਮਾਹੌਲ ਬਣਿਆ ਇਸ ਅੱਜ ਕੰਢੇ 'ਤੇ, ਜਿੱਥੇ ਇਸ ਤਰੀਕੇ ਦਾ ਇਕੱਠ ਹੋਇਆ। ਪਹਿਲਾਂ ਕਿਤੇ ਇਸ ਤਰੀਕੇ ਦੀ ਨਾ ਅਵੇਅਰਨੈਸ ਆਈ, ਨਾ ਇਕੱਠ ਹੋਇਆ। ਸੋ ਅੱਜ ਇਸ ਦੀ ਸ਼ੁਰੂਆਤ ਹੈ। ਔਰ ਸ਼ੁਰੂਆਤ ਵਿੱਚ ਜਿਵੇਂ ਕਿਹਾ ਕਿ ਜਿੱਥੇ ਆਪਦੀ ਗਲਤੀ ਬਖਸ਼ਾਉਣ ਦਾ ਇੱਕ ਸੋਚ ਬਣੀ, ਨਾਲ ਇਸ ਦੇ ਵਿੱਚ ਹਿੱਸਾ ਪਾਉਣ ਦੀ ਸੋਚ ਬਣੀ, ਆਹ ਸੋਚਾਂ ਲੈ ਕੇ ਅੱਜ ਇੱਥੇ ਪਹੁੰਚੇ। ਤੇ ਜੇ ਸੰਧੂ ਸਾਹਿਬ ਸੱਤਾ ਦੇ ਵਿੱਚ ਆਉਂਦੇ ਫਿਰ ਵੀ ਆਉਂਦੇ। 100% ਜੇ ਇਸ ਕਿਸਮ ਦਾ ਮਾਹੌਲ ਹੁੰਦਾ ਔਰ ਇਸ ਕਿਸਮ ਦੀ ਅਵੇਅਰਨੈਸ ਆਉਂਦੀ, ਬਿਲਕੁਲ ਆਉਂਦਾ। ਤੁਸੀਂ ਦੇਖੋ, ਪ੍ਰਗਟ ਸਿੰਘ ਉਦੋਂ MLA ਕਾਂਗਰਸ ਪਾਰਟੀ ਦੇ ਸੀ। ਸਭ ਤੋਂ ਪਹਿਲਾਂ ਇਸ ਗੱਲ ਦਾ ਵਿਰੋਧ ਕਾਂਗਰਸ ਪਾਰਟੀ ਦੇ ਵਿੱਚ ਪ੍ਰਗਟ ਸਿੰਘ ਹੁਣਾਂ ਵੱਲੋਂ ਹੋਇਆ ਸੀ, ਔਰ ਉਹ ਅੱਜ ਤੱਕ ਵੀ ਇਸ ਗੱਲ ਦਾ ਵਿਰੋਧ ਕਰਦੇ ਆ। ਗੱਲ ਅਵੇਅਰਨੈਸ ਦੀ ਆ, ਬਿਲਕੁਲ ਆਉਂਦਾ। ਔਰ ਵਾਕਿਆ ਹੀ ਯਾਰ ਗੱਲ ਸੁਣੋ, ਇਹ ਸਾਰੇ ਆਪਾਂ ਇਸ ਚੀਜ਼ ਨਾਲ ਜੁੜੇ ਹੋਏ ਆ। ਸਤਲੁਜ ਦਰਿਆ 'ਚੋਂ ਆਪਾਂ ਸਾਰੀ ਪਾਣੀ ਪੀਂਦੇ ਆ, ਆਬੋ ਹਵਾ ਸਾਰੀ ਲੈਂਦੇ ਆ। ਜਿੱਥੇ ਆਪਣੇ ਕੋਲੇ ਫੋਰੈਸਟ ਕਵਰ ਰਹੀ 3% ਗਿਆ ਤੇ ਹੋਣਾ ਚਾਹੀਦਾ 1/3, ਤਾਂ ਉੱਥੇ ਤਾਂ ਇਹ ਅੱਖਾਂ ਬੰਦ ਕਰਕੇ, ਭਾਵੇਂ ਤੁਹਾਨੂੰ ਕਿੱਡਾ ਵੱਡਾ ਨੁਕਸਾਨ ਹੁੰਦਾ ਹੋਵੇ ਇੰਡਸਟਰੀ ਨੂੰ ਲੈ ਕੇ, ਕਿੱਡੀ ਵੱਡੀ ਤੁਹਾਡੀ ਹੋਵੇ, ਪਹਿਲਾਂ ਜਾਨ ਰਹੂਗੀ ਤਾਂ ਅੱਗੇ ਆਪਾਂ ਨੌਕਰੀਆਂ ਦੀਆਂ ਤੇ ਗੱਲਾਂ ਕਰਾਂਗੇ ਜੀ। ਸੋ ਬਿਲਕੁਲ ਆਉਂਦਾ ਸਾਹਿਬ। ਇੱਕ ਗੱਲ ਇਹ ਹੈ ਜੀ ਕਿ ਇਹਦੇ ਸਤਲੁਜ ਦਰਿਆ ਦੇ ਵਿੱਚ ਤਾਂ ਬੁੱਢਾ ਨਾਲਾ ਬੜੇ ਲੰਮੇ ਸਮੇਂ ਤੋਂ ਪੈ ਰਿਹਾ, ਜਿਹੜਾ ਬੁੱਢਾ ਦਰਿਆ ਸੀ ਉਹਨੂੰ ਨਾਲਾ ਬਣਾ ਦਿੱਤਾ, ਤੁਹਾਡੀ ਸਰਕਾਰ ਵੀ ਰਹਿ ਗਈ 25 ਸਾਲ ਦੇ ਕਰੀਬ ਦਾ ਪੈ ਰਿਹਾ, ਉਹਦੇ ਖਿਲਾਫ ਕਿਉਂ ਨਹੀਂ ਆਵਾਜ਼ ਉੱਠੀ? ਮੈਂ ਸਾਡੀ ਸਰਕਾਰ ਵੇਲੇ ਤਕਰੀਬਨ 950 ਕਰੋੜ ਰੁਪਇਆ ਅਪਰੂਵ ਹੋ ਕੇ ਉਸ 'ਤੇ ਕੰਮ ਸ਼ੁਰੂ ਹੋਇਆ ਸੀ। ਸਰਕਾਰ ਦੇ ਵਿੱਚ ਕੁਝ 2.5-2 ਸਾਲ ਦਾ ਸਮਾਂ ਇੱਕ ਇਹੋ ਜਿਹਾ ਆਇਆ ਜਦੋਂ ਆਪਾਂ ਸਾਰੇ ਕੰਮਾਂ ਤੋਂ ਵੀ, ਸੋਚਾਂ ਤੋਂ ਵੀ ਦੂਰ ਹੋ ਗਏ ਸੀ ਤੇ ਜਾਨ ਬਚਾਉਣ ਵਾਲੇ ਪਾਸੇ ਚੱਲ ਪਏ ਸੀ। ਵਿੱਚ ਵਿਚਾਲੇ ਜਦੋਂ ਆ ਕਰੋਨਾ ਦਾ ਟਾਈਮ ਆਇਆ ਹੈ। ਪਰ ਮੈਂ ਤੁਹਾਡੇ ਸਵਾਲ ਨੂੰ ਅੱਗੇ ਲੈ ਕੇ ਜਾਣਾ ਜੀ। ਜੇ ਅਸੀਂ ਬੁੱਢੇ ਨਾਲੇ ਵਾਲਾ ਹੀ ਨਹੀਂ ਹੱਲ ਕਰ ਸਕੇ ਤਾਂ ਇੱਕ ਹੋਰ ਸਿਆਪਾ ਗਲ ਪਾ ਕੇ ਕੀ ਲੈਣਾ ਜੀ। ਸਭ ਤੋਂ ਪਹਿਲਾਂ ਹੋਰ ਛੱਡੀਏ ਇਨਵਾਇਰਮੈਂਟਲ ਵਾਲੇ ਪਾਸਿਓਂ, ਪਹਿਲਾਂ ਅਸੀਂ ਹੁਣ ਮੌਜੂਦਾ ਸਰਕਾਰ ਹੀ ਪਹਿਲਾਂ ਲੈ ਲੇ ਕਿ ਜਿੱਥੇ ਉਹ ਸਾਰੇ ਫੰਡਸ 900 ਕੁਛ ਕਰੋੜ ਆ ਚੁੱਕਿਆ ਹੈਗਾ ਔਰ ਉਸ 'ਤੇ ਕੰਮ ਸ਼ੁਰੂ ਹੋ ਗਿਆ, ਉਹਨੂੰ ਹੁਣ ਸਮੇਂ ਸਿਰ ਜੇ ਨਜਿੱਠ ਲਾਂਗੇ ਤਾਂ ਸਭ ਤੋਂ ਪਹਿਲਾਂ ਬੁੱਢਾ ਨਾਲੇ ਦੀ ਜਿਹੜਾ ਪੁਰਾਣਾ ਜਿਹੜਾ ਉਸ ਦਾ ਉਹਦਾ ਇੱਕ ਜੀਵਨ ਦਾਨ ਜੋ ਦਿੰਦਾ ਸੀ, ਉਹਦੇ ਹਾਲਾਤ ਦੁਬਾਰਾ ਬਣਨਗੇ। ਸਭ ਤੋਂ ਪਹਿਲਾਂ ਕੰਮ ਹੀ ਬੁੱਢੇ ਨਾਲੇ ਦਾ ਹੋਣਾ ਚਾਹੀਦਾ ਹੈਗਾ। ਸੰਦੋਂ ਮੰਨਦੇ ਹੋ ਕਿ ਪਿਛਲੀ ਸਰਕਾਰਾਂ ਦੀਆਂ ਨਾਕਾਮੀਆਂ ਰਹੀਆਂ, ਚਾਹੇ ਤੁਹਾਡੀ ਸਰਕਾਰ ਸੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ, ਕਿ ਜਿਹੜਾ ਹਜੇ ਤੱਕ ਬੁੱਢੇ ਨਾਲੇ ਦਾ ਜਿਹੜਾ ਤੁਸੀਂ ਕਿਹਾ ਕਿ ਪੈਸਾ ਜ਼ਰੂਰ ਆ ਗਿਆ ਸੀ, ਪਰ ਹਾਲੇ ਤੱਕ ਉਹ ਕਿਸੇ ਸਿਰੇ ਹੀ ਨਹੀਂ ਲੱਗਿਆ। ਦੇਖੋ,
ਸਰਕਾਰ ਦੀ ਨਾਕਾਮੀ ਵਿੱਚ ਸਭ ਦਾ ਯੋਗਦਾਨ ਹੁੰਦਾ ਹੈ ਜੀ ਸਰਕਾਰ ਨੂੰ ਬਣਾਉਣ ਵਾਲਿਆਂ ਦਾ ਵੀ, ਜਿਸ 'ਚ ਅਸੀਂ ਆ ਜਾਂਦੇ ਹਾਂ, ਠੀਕ ਆ, ਆਪਾਂ ਜਦੋਂ ਵੋਟਾਂ ਪਾਉਂਦੇ ਹਾਂ, ਜੀ। ਤੁਸੀਂ ਤੀਸਰੀ ਅੱਖ ਹੋ, ਤੁਹਾਡਾ ਯੋਗਦਾਨ ਸਭ ਤੋਂ ਅਹਿਮ ਹੁੰਦਾ। ਅੱਜ ਜੇ ਦਿਨ ਜੇ ਅੱਗੇ ਚੱਲਣਾ ਹੈਗਾ, ਲੋਕਾਂ ਦੇ ਵਿੱਚ ਅੱਜ ਜਿਹੜੀ ਅਵੇਅਰਨੈਸ ਆਈ ਹੈ, ਤੁਹਾਡਾ ਸਾਰਿਆਂ ਦਾ ਇਸ 'ਚ ਬੜਾ ਵੱਡਾ ਯੋਗਦਾਨ ਹੈ। ਨਾਕਾਮੀਆਂ ਰਹਿਣ ਦਾ ਕਾਰਨ ਹੀ ਹੈ ਕਿ ਅੱਜ ਆਪਾਂ ਸਤਲੁਜ ਦੇ ਕੰਢੇ ਤੇ ਖੜ ਕੇ ਇਸ ਪ੍ਰੋਜੈਕਟ ਦਾ ਜ਼ਿਕਰ ਕਰ ਰਹੇ ਹਾਂ, ਔਰ ਇਸ ਪ੍ਰੋਜੈਕਟ ਦੇ ਵਿੱਚ ਕੀ ਖਾਮੀਆਂ, ਕੀ ਇਸ ਨਾਲ ਬਰਬਾਦੀ ਹੋ ਸਕੀ ਹੈ, ਉਹ ਸ਼ੇਅਰ ਕਰ ਰਹੇ ਹਾਂ। ਇਹ ਉਸ ਨਾਕਾਮੀਆਂ ਦਾ ਹਿੱਸਾ ਹੀ ਹੈ। ਸੰਧੂ ਸਾਹਿਬ, ਇੱਕ ਸਵਾਲ ਲਾਉਂਗਾ ਮੈਂ ਤੁਹਾਡੇ ਤੋਂ ਪੋਲੀਟੀਕਲ ਤੌਰ ਤੇ, ਹੈ ਕਿ ਤੁਸੀਂ ਮੁੱਖ ਮੰਤਰੀ ਦੀ ਓਐਸਡੀ ਵੀ ਰਹੇ ਹੋ, ਤੁਸੀਂ ਮੁੱਖ ਮੰਤਰੀ ਦੀ ਕੁਰਸੀ ਕਰੀਬ ਤੋਂ ਦੇਖੀ ਹੈ ਵੀ ਜਿਹੜਾ ਉਹ ਕੁਰਸੀ ਤੇ ਬਹਿ ਜਾਂਦਾ, ਉਹ ਬਦਲ ਕੇ ਉਹ ਕੁਰਸੀ 'ਚ ਕੀ ਹੈ, ਤੁਸੀਂ ਵੇਖਿਆ ਕਦੇ ਫੋਲ ਕੇ? ਨਹੀਂ ਸਾਹਿਬ, ਗੱਲ ਇਹ ਹੁੰਦੀ ਹੈ, ਜਿਹੜਾ ਮੁੱਖ ਮੰਤਰੀ ਸਾਹਿਬ ਆ ਕੇ ਬੈਠਦੇ ਆ ਨਾ ਜਦੋਂ, ਹਾਂਜੀ। ਕਿਤੇ ਨਾ ਕਿਤੇ ਉਹ ਆਪਦੇ ਸੈੱਟ ਆਫ ਪੀਪਲ ਦੇ ਵਿੱਚ ਵਿਸ਼ਵਾਸ ਦਿਖਾਉਂਦੇ ਆ, ਜਿਹੜੀ ਉਹਨਾਂ ਨਾਲ ਟੀਮ ਬਣਦੀ ਹੈ, ਜੀ ਜੀ, ਔਰ ਉਸ ਟੀਮ ਦਾ ਹੀ ਯੋਗਦਾਨ ਜਾਂ ਉਸ ਟੀਮ ਦੀ ਹੀ ਸੋਚ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਕੋਲ ਅੱਗੇ ਕੋਈ ਚੀਜ਼ ਪੇਸ਼ ਕਰਨੀ ਹੈ, ਦੋਨੋਂ ਪਹਿਲੂ ਦਿਖਾਓ। ਮੈਂ ਕਹਿੰਦਾ ਸਭ ਤੋਂ ਵੱਡੀ ਕਮਜ਼ੋਰੀ ਇਹ ਰਹਿ ਜਾਂਦੀ ਹੈ ਕਿ ਅਸੀਂ ਇੰਡਸਟਰੀਲਾਈਜ਼ 'ਚ ਆਹ ਲੈ ਲਓ ਜੀ। ਕਿ ਜੀ 400 ਏਕੜ 'ਚ ਇੱਥੇ ਜੀ ਟੈਕਸਟਾਈਲ ਆਊਗਾ, 10,000 ਕਰੋੜ ਦਾ ਪ੍ਰੋਜੈਕਟ ਹੈ, ਸਰਕਾਰ ਕੇਂਦਰ ਨੇ ਸਾਰੇ ਪੈਸੇ ਦੇਣੇ ਆ, ਲੱਖਾਂ ਲੋਕਾਂ ਨੂੰ ਨਾ, ਤੁਸੀਂ ਪ੍ਰਭਾਵ ਵੀ ਇਸ ਕਿਸਮ ਦਾ ਬਣਾ ਦਿੰਦੇ ਹੋ ਕਿ ਜਿਹੜਾ ਮੁੱਦਾ ਹੁੰਦਾ ਜੀ ਵੀ ਇਸ ਨਾਲ ਨੁਕਸਾਨ ਵੀ ਹੈ। ਨੁਕਸਾਨ ਦੇ ਵਿੱਚ এনवायरमेंटਲ ਨੁਕਸਾਨ ਹੈ, ਨੁਕਸਾਨ ਦੇ ਵਿੱਚ ਸਾਡਾ ਇੱਕ ਧਾਰਮਿਕ ਮੁੱਦਾ ਇਸ ਜੰਗਲ ਨਾਲ ਜੁੜਿਆ ਹੋਇਆ, ਉਹਦੀ ਵੀ ਕਿਤੇ ਕਿੰਤੂ ਪਰੰਤੂ ਹੋ ਸਕਦਾ ਹੈ। ਸਾਡਾ ਸਤਲੁਜ ਦਰਿਆ ਜਿਹੜਾ ਆਲਰੇਡੀ ਜ਼ਹਿਰੀਲਾ ਹੋ ਚੁੱਕਿਆ, ਉਹ ਹੋਰ ਜ਼ਹਿਰੀਲਾ। ਇਹ ਗੱਲਾਂ ਕਿਤੇ ਨਾ ਕਿਤੇ ਜਾਂ ਤਾਂ ਛੁਪਾ ਲਿੱਤੀਆਂ ਜਾਂਦੀਆਂ ਜਾਂ ਦੱਸੀਆਂ ਨਹੀਂ ਜਾਂਦੀਆਂ, ਜਾਂ ਉਹਨਾਂ ਨੂੰ ਦਰਕਿਨਾਰੇ ਕਰ ਦਿੱਤਾ ਜਾਂਦਾ ਹੈਗਾ, ਜਿਸ ਕਾਰਨ ਜਿਹੜਾ ਕੋਈ ਵੀ ਇਹੋ ਜਿਹਾ ਜਿਹੜਾ ਫੈਸਲਾ ਹੁੰਦਾ ਅਖੀਰ 'ਚ ਐਜੀਟੇਸ਼ਨ ਦਾ ਰੂਪ ਧਾਰਦਾ ਹੈ। ਔਰ ਐਜੀਟੇਸ਼ਨ ਦੇ ਵਿੱਚ ਜਦੋਂ ਪਬਲਿਕ ਜੁੜ ਜਾਂਦੀ ਹੈ ਸਾਹਿਬ, ਆਪਾਂ ਕਾਲੇ ਕਾਨੂੰਨਾਂ ਵੇਲੇ ਵੀ ਦੇਖਿਆ ਸੀ, ਜਦੋਂ ਪਬਲਿਕ ਦੀ ਸੋਚ ਬਣ ਗਈ ਫਿਰ ਉਹ ਰੁਕਦੀ ਨਹੀਂ। ਤਾਂ ਕੀ ਲੱਗਦਾ ਫਿਰ ਉਹ ਟੀਮ ਲੋਕਾਂ ਤੋਂ ਵੀ ਅੱਗੇ ਹੁੰਦੀ ਹੈ? ਉਹੀ ਲੋਕ ਜਿਨ੍ਹਾਂ ਨੇ ਸੱਤਾ ਦੇ ਵਿੱਚ ਲਿਆਂਦਾ ਹੁੰਦਾ, ਵੋਟਾਂ ਪਾਈਆਂ ਹੁੰਦੀਆਂ, ਉਹ ਟੀਮ ਕਰਦੇ ਆ ਸਾਹਿਬ? ਨਹੀਂ, ਲੋਕ ਬੜੇ ਇਨੋਸੈਂਟ ਹੁੰਦੇ ਆ, ਉਹ ਵਿਸ਼ਵਾਸ ਕਰਦੇ ਆ ਕਿ ਜੇ ਬਾਈ ਜੀ ਤੁਸੀਂ ਬੋਲ ਰਹੇ ਆ, ਸੰਦੀਪ ਸੰਧੂ ਇਹ ਗੱਲ ਕਹਿ ਰਿਹਾ, ਤਾਂ ਯਾਰ ਇਹ ਗੱਲ ਸੱਚਾਈ ਲੱਗਦੀ ਹੈ ਮੈਨੂੰ। ਉਹ ਸੱਚਾਈ ਨੂੰ ਅੱਗੇ ਰੱਖ ਕੇ ਉਹ ਕਿ ਇਹ ਬੰਦਾ ਇੱਕ ਫੈਸਲਾ ਇਹੋ ਜਿਹਾ ਲੈ ਕੇ ਆਓ ਜਾਂ ਇਹੋ ਜਿਹੇ ਫੈਸਲਿਆਂ ਦੇ ਵਿੱਚ ਹਿੱਸਾ ਬਣੂ ਜਿਸ ਨਾਲ ਸਾਨੂੰ ਫਾਇਦਾ ਹੋਊ, ਪੰਜਾਬ ਨੂੰ ਫਾਇਦਾ ਹੋਊਗਾ, ਇਸ ਕਰਕੇ ਹੁੰਦਾ। ਔਰ ਹਰ ਵਾਰ ਵਿਚਾਰੇ ਠੱਗੇ ਜਾਂਦੇ ਆ, ਸੱਚਾਈ ਆ ਹੈ। ਇਸ ਵਾਰ ਵੀ ਠੱਗੇ ਸਮਾਂ ਤੁਸੀਂ ਹੁਣ ਅੱਜ ਇੱਥੇ ਖੜੇ ਆ, ਸ਼ੁਰੂਆਤ ਹੀ ਆ ਉਸ ਚੀਜ਼ ਦੀ।